ਇਨਡਾਇਰੈਕਟ ਵੇ ਨਾਲ ਭਰਤੀ ਕਰਨ ਦੇ ਚਾਰਜ ਲੱਗੇ ਸੀਗੇ। ਉਹਦੇ ਵਿੱਚ ਮੈਡਮ ਕਮਿਸ਼ਨਰ ਜਦੋਂ ਸ਼ੈਨਾ ਅਗਰਵਾਲ ਉਹਨਾਂ ਬਦਲੀ ਹੋਈ ਤਾਂ ਬਦਲੀ ਹੋਣ ਤੋਂ 2 ਦਿਨ ਪਹਿਲਾਂ ਇਨਕੁਆਇਰੀ ਰੱਖਤੀ। ਜਾਣ ਤੋਂ ਪਹਿਲਾਂ ਇਹਦਾ ਮਤਲਬ ਇਨਕੁਆਇਰੀ ਠੱਪ ਰੱਖੀ ਹੋਈ ਸੀ, ਦੱਬੀ ਹੋਈ ਸੀ। ਤੁਸੀਂ ਇਹ ਦੇਖੋ, ਇਹਦੇ ਵਿੱਚ ਲਿਖਿਆ ਆਇਆ ਜਿਹੜਾ ਡਾਕਟਰ ਵਿਪਨ ਮਲਹੋਤਰਾ ਵਾ ਉਹ ਆਯੁਰਵੈਦਿਕ ਮੈਡੀਕਲ ਅਫਸਰ ਆ, ਲੱਗ ਹੀ ਨਹੀਂ ਸਕਦਾ, ਉਹ ਲੱਗ ਹੀ ਨਹੀਂ ਸਕਦਾ। ਯਾਨੀ ਕਿ ਇਹ ਪਸ਼ੂਆਂ ਵਾਲਾ ਹੀ ਹੋਇਆ ਨਾ, ਫਿਰ ਇਹ ਤਾਂ ਇਨਸਾਨਾਂ ਨੂੰ ਟੀਕੇ ਲਾਈ ਜਾਂਦਾ, ਉਹ ਵੀ ਪੈਸੇ ਦੇ ਕਰਪਸ਼ਨ ਦੇ। ਸਾਡੀ ਜਿਹੜੀ ਲੜਾਈ ਹੈਗੀ ਹੈ ਨਾ ਜੀ, ਉਹ ਲੜਾਈ ਸਿਸਟਮ ਦੇ ਨਾਲ ਹੈਗੀ ਹੈ। ਰਿਸ਼ੀ ਜੀ ਨੇ ਆ ਜਾਣਾ, ਰਿਸ਼ੀ ਜੀ ਨੇ ਚਲੇ ਜਾਣਾ, ਮੈਡਮ ਸ਼ੀਨਾ ਅਗਰਵਾਲ ਆਈ, ਉਹ ਚਲੀ ਗਈ, ਠੀਕ ਹੈ ਨਾ ਜੀ। ਬਟ ਸਾਨੂੰ ਸਿਰਫ ਮੇਰਾ ਕਹਿਣ ਦਾ ਭਾਵ ਇਹ ਹੈਗਾ ਕਿ ਜਿਹੜੇ ਬੰਦੇ ਦੇ ਅੰਗੇਜ ਸ਼ਿਕਾਇਤ ਹੈ, ਕਮ ਸੇ ਕਮ ਉਹ ਬੰਦਾ ਉਸ ਸੀਟ ਤੋਂ ਤਾਂ ਸਾਈਡ ਹਟੇ ਨਾ ਜੀ। ਕਿ ਐਮਐਲਏ ਦੀ ਜਿਹੜੀ ਵਿਧਾਨ ਸਭਾ ਦੀ ਕਮੇਟੀ ਹੁੰਦੀ ਹੈ, ਅਸੀਂ ਉਹਨਾਂ ਨੂੰ ਬਹੁਤ ਬੜੀ ਇੱਕ ਪਾਵਰ ਮੰਨਦੇ ਹੈਗੇ ਜੀ ਕਿ ਅਗਰ ਉਹ ਕਿਸੇ ਅਫਸਰ ਦੇ ਅਗੇਂਸਟ ਕੋਈ ਕਾਰਵਾਈ ਲੈਂਦੇ ਆ, ਉਹ ਵਿਦ ਇਮੀਡੀਏਟ ਇਫੈਕਟ, ਕਿਉਂਕਿ ਉਹਦੇ 'ਚ ਸਾਰੀ ਪਾਰਟੀਆਂ ਦੇ ਨੁਮਾਇੰਦੇ ਹੁੰਦੇ ਆ, ਨਾ ਕਿ ਇਕੱਲਾ ਇੱਕ ਆਮ ਆਦਮੀ ਪਾਰਟੀ ਦਾ ਨੁਮਾਇੰਦਾ। ਇਹ ਤਾਂ ਹੁਣ ਆਉਣ ਵਾਲੇ 7 ਦਿਨ ਦੇਖਦੇ ਆ ਕਿ ਗੋਗੀ ਜੀ ਰਿਜ਼ਾਈਨ ਦਿੰਦੇ ਆ ਜਾਂ ਡਾਕਟਰ ਸਾਹਿਬ ਕੀ ਕਹਿੰਦੇ ਸੀਟ ਛੱਡਦੇ ਆ। 7 ਦਿਨ ਬਾਅਦ ਦੇਖਦੇ ਆ। ਲੇਕਿਨ ਸਾਨੂੰ ਆਸ ਹੈ, ਅਸੀਂ ਮਿਲ ਕੇ ਆਏ ਹਾਂ, ਬੜੀ ਅੱਛੀ ਮੀਟਿੰਗ ਹੋਈ ਸਾਡੀ ਉਹਨਾਂ ਨਾਲ। ਪਰ ਵਿਸਤਾਰ ਨਾਲ ਅਸੀਂ ਦੱਸਿਆ ਜੀ ਕਿ ਅਸੀਂ ਜਿਹੜੇ ਆ ਅਸੀਂ ਸ਼ਿਕਾਇਤ ਲੈ ਕੇ ਆਏ ਹਾਂ ਸਮਾਜ ਦੀ, ਜਿਹੜੇ ਲੋਕਾਂ ਨੂੰ ਮੁਸ਼ਕਿਲਾਂ ਆ ਰਹੀਆਂ ਨੇ, ਜਿਹਨਾਂ ਘਰ ਦੇ ਵਿੱਚ 5-5 10-10 ਨੌਕਰੀਆਂ ਨੇ, ਉਹ ਕਿਸੇ ਦੇ ਘਰ ਇੱਕ ਨੌਕਰੀ ਵੀ ਨਹੀਂ ਹੈ, ਜਿਹੜੀ ਤੁਸੀਂ ਇਹਦੀ ਵੈਰੀਫਾਈ ਕਰਾਇਓ, ਜੋ ਸੱਚਾਈ ਉਹ ਸਾਹਮਣੇ ਆਵੇ। ਖਾਸ ਤੌਰ ਤੇ ਜਿਹੜੀ ਸਾਡੀ ਜਿਹੜਾ ਸਾਡਾ ਸਫਾਈ ਸੇਵਕ ਤਬਕਾ ਹੈ, ਉਹਦੇ ਵਿੱਚ ਵੀ ਉਹਨਾਂ ਨੇ ਐਕਸਪਲੋਇਟੇਸ਼ਨ ਬਾਰੇ ਜਿਹੜੀ ਇਹ ਸ਼ਿਕਾਇਤ ਦਿੱਤੀ ਹੈ। ਸੋ ਉਹਨਾਂ ਦੇ ਸੁਝਾਅ, ਉਹਨਾਂ ਦੀ ਸ਼ਿਕਾਇਤ ਜਿਹੜੀ ਅਸੀਂ ਉਹਨੂੰ ਚੰਗੇ ਤਰੀਕੇ ਨਾਲ ਵੈਰੀਫਾਈ ਆਪ ਕਰਾਂਗੇ, ਔਰ ਇਹਦੇ ਵਿੱਚ ਜੇਕਰ ਜਿੱਥੇ ਵੀ ਕੋਈ ਮਤਲਬ ਗੜਬੜੀ ਪਾਈ ਗਈ ਤਾਂ ਸੰਬੰਧਿਤਾਂ ਦੇ ਖਿਲਾਫ ਜਿਹੜੀ ਉਹ ਕਾਰਵਾਈ ਕੀਤੀ ਜਾਵੇਗੀ। ਲੁਧਿਆਣਾ ਲਾਈਵ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ। ਮੈਂ ਵਿਸ਼ਾਲ ਕਪੂਰ। ਗੱਲ ਕੀਤੀ ਜਾਊਗੀ VSS ਇੱਕ ਐਸਾ ਗਰੁੱਪ ਜਿਸ ਨੇ ਲਗਾਤਾਰ ਸਫਾਈ ਸੇਵਕਾਂ ਤੇ ਕਾਰਪੋਰੇਸ਼ਨ ਦੇ ਵਿੱਚ ਚੱਲ ਰਹੀ ਕਰਪਸ਼ਨ ਦੇ ਉੱਤੇ ਪਰਦਾਫਾਸ਼ ਕੀਤਾ, ਲੇਕਿਨ ਉਸ ਤੋਂ ਬਾਅਦ ਪਹਿਲੇ ਜੋ ਨਗਰ ਨਿਗਮ ਕਮਿਸ਼ਨਰ ਸੀ ਉਹਨਾਂ ਨੂੰ ਕਿਤੇ ਨਾ ਕਿਤੇ ਉਹਨਾਂ ਦੇ ਘਰ ਦੇ ਬਾਹਰ ਧਰਨਾ ਲਗਾਇਆ, ਤਾਂ ਉਸ ਤੋਂ ਬਾਅਦ ਸਰਕਾਰ ਨੂੰ ਮਜਬੂਰ ਹੋ ਕੇ ਉਹਨਾਂ ਦੀ ਤਬਾਦਲਾ ਕਰਨਾ ਪੈ ਗਿਆ। ਜਿਹੜੇ ਨਵੇਂ ਕਮਿਸ਼ਨਰ ਜਿਹੜੇ ਆਏ ਨੇ ਰਿਸ਼ੀ ਜੀ, ਉਹਨਾਂ ਨਾਲ ਇਹਨਾਂ ਨੇ ਅੱਜ ਰਾਸਤਾ ਕਾਇਮ ਕੀਤਾ ਤੇ ਉਹਨਾਂ ਨੂੰ ਮਿਲੇ ਤੇ ਇੱਕ ਲੈਟਰ ਜਿਹੜੀ ਹੈ ਵਿੱਕੀ ਦੇ ਹੱਥਾਂ ਦੇ ਵਿੱਚ, ਜਿਹੜੀ ਤੁਹਾਨੂੰ ਮੈਂ ਦਿਖਾ ਰਿਹਾ, ਜੋ VSS ਗਰੁੱਪ ਦੇ ਜਿਹੜੇ ਪ੍ਰਮੁੱਖ ਨੇ ਉਹਨਾਂ ਦੇ ਹੱਥਾਂ ਦੇ ਵਿੱਚ ਜਿਹੜੀ ਲੈਟਰ ਹੈ ਕਿ ਨਗਰ ਨਿਗਮ ਲੁਧਿਆਣਾ ਦਾ ਸਭ ਤੋਂ ਵੱਡਾ ਭ੍ਰਸ਼ਟ ਜਿਹੜਾ ਇੱਕ ਕਰਪਟ ਅਧਿਕਾਰੀ ਜਿਹੜਾ ਹੈਗਾ ਵਾ, ਇਹਦਾ ਨਾਮ ਵਿੱਕੀ ਜੀ ਲੈਣਗੇ। ਜੋ ਵੀ ਨਾਮ ਇੱਥੇ ਲਿਖਿਆ ਲੈਟਰ ਦੇ ਉੱਤੇ, ਗੱਲਬਾਤ ਵੀ ਕਰਦੇ। ਵਿੱਕੀ, ਆਖਿਰ ਇਹ ਲੈਟਰ ਦੇ ਉੱਤੇ ਜਿਹੜਾ ਸ਼ਖਸ ਦਾ ਨਾਮ ਲਿਖਿਆ, ਆਖਿਰ ਕਰਪਟ ਕਿਸ ਤਰ੍ਹਾਂ ਨੇ ਤੇ ਕੀ ਕਪਲੇ ਕੀਤੇ ਨੇ ਨਗਰ ਨਿਗਮ ਦੇ ਵਿੱਚ? ਅਸੀਂ ਅੰਦਰ ਵੀ ਮਾਨਯੋਗ ਕਮਿਸ਼ਨਰ ਸਾਹਿਬ ਨੂੰ ਦੱਸ ਕੇ ਆਏ ਹਾਂ। ਇੱਥੇ ਲਿਖਿਆ ਹੈ ਰਿਮਾਈਂਡਰ ਲੈਟਰ ਮੋਸਟ ਕਰਪਟਡ ਵਿਪਨ ਮਲਹੋਤਰਾ। ਵਿਪਨ ਮਲਹੋਤਰੇ ਦੇ ਖਿਲਾਫ ਲਗਭਗ 2 ਟਰਮਾਂ ਦੇ ਉੱਤੋਂ ਜਿਹੜੀਆਂ ਮੁਲਾਜ਼ਮਾਂ ਨੂੰ ਇਨਡਾਇਰੈਕਟ ਵੇ ਨਾਲ ਭਰਤੀ ਕਰਨ ਦੇ ਚਾਰਜ ਲੱਗੇ ਸੀਗੇ। ਉਹਦੇ ਵਿੱਚ ਮੈਡਮ ਕਮਿਸ਼ਨਰ ਜਦੋਂ ਸ਼ੈਨਾ ਅਗਰਵਾਲ ਉਹਨਾਂ ਬਦਲੀ ਹੋਈ ਤਾਂ ਬਦਲੀ ਹੋਣ ਤੋਂ 2 ਦਿਨ ਪਹਿਲਾਂ ਇਨਕੁਆਇਰੀ ਰੱਖਤੀ। ਜਾਣ ਤੋਂ ਪਹਿਲਾਂ ਇਹਦਾ ਮਤਲਬ ਇਨਕੁਆਇਰੀ ਠੱਪ ਰੱਖੀ ਹੋਈ ਸੀ, ਦੱਬੀ ਹੋਈ ਸੀ। ਤੁਸੀਂ ਇਹ ਦੇਖੋ, ਇਹਦੇ ਵਿੱਚ ਲਿਖਿਆ ਆਇਆ ਜਿਹੜਾ ਡਾਕਟਰ ਵਿਪਨ ਮਲਹੋਤਰਾ ਵਾ ਉਹ ਆਯੁਰਵੈਦਿਕ ਮੈਡੀਕਲ ਅਫਸਰ ਆ, ਉਹ ਲੱਗ ਹੀ ਨਹੀਂ ਸਕਦਾ, ਉਹ ਲੱਗ ਹੀ ਨਹੀਂ ਸਕਦਾ। ਯਾਨੀ ਕਿ ਇਹ ਪਸ਼ੂਆਂ ਵਾਲਾ ਹੀ ਹੋਇਆ ਨਾ, ਫਿਰ ਇਹ ਤਾਂ ਇਨਸਾਨਾਂ ਨੂੰ ਟੀਕੇ ਲਾਈ ਜਾਂਦਾ, ਉਹ ਵੀ ਪੈਸੇ ਦੇ ਕਰਪਸ਼ਨ ਦੇ। ਤੇ ਇਸ ਤੋਂ ਬਾਅਦ ਅਗਰ ਇਹਦੇ ਖਿਲਾਫ ਕੋਈ ਐਕਸ਼ਨ ਹੁੰਦਾ, ਕੋਈ ਕੋਰਟ 'ਚ ਮੈਟਰ ਹੁੰਦਾ, ਕੋਈ ਇਨਕੁਆਇਰੀ ਇਹਦੇ ਅਗੇਂਸਟ ਜਾਂਦੀ ਆ, ਤੇ ਇਹਨੂੰ ਆਹ ਦੇਖੋ ਲਿਖਿਆ ਆਇਆ ਵਾ ਬਤੌਰ ਸਹਾਇਕ ਕਮੇਟੀ ਤੋਂ, ਹਾਂਜੀ, ਰਿਵਿਊ ਕਮੇਟੀ ਰੱਦ ਵੀ ਕਰ ਸਕਦੀ ਹੈ, ਇਹਨੂੰ ਰਿਵਲਟ ਕਰ ਸਕਦੀ ਆ। ਔਰ ਇਹਦੇ ਵਿੱਚ ਵਿਧਾਨ ਸਭਾ ਕਮੇਟੀ ਨੇ ਵਧੀਆ ਤਰੀਕੇ ਨਾਲ ਸਿਫਾਰਿਸ਼ ਕੀਤੀ ਸੀ ਇਹਨੂੰ ਕੱਢਣ ਦੀ। ਹੁਣ ਅਸੀਂ ਇਹੀ ਮਾਨਯੋਗ ਕਮਿਸ਼ਨਰ ਸਾਹਿਬ ਨੂੰ ਕਹਿ ਕੇ ਆਏ ਹਾਂ ਵੀ ਜਿਹੜੇ ਮੁਲਾਜ਼ਮਾਂ ਦੀ ਹੁਣ ਭਰਤੀ ਦੁਬਾਰਾ ਹੋ ਰਹੀ ਆ ਓਵਰ ਏਜ ਵਾਲੇ ਦੀ, ਅਗਰ ਉਸ ਭਰਤੀ 'ਤੇ ਵੀ ਇਹੀ ਬੈਠਾ ਵਾ, ਫਿਰ ਇਨਸਾਫ ਕਿੱਥੋਂ ਮਿਲੂਗਾ? ਤੇ ਉੱਥੇ ਗੱਲ ਨਾਲ ਇਹ ਵੀ ਕੀਤੀ ਗਈ ਆ ਕਿ ਇੱਕ ਜਿਹੜਾ ਲੰਬੜਦਾਰ ਆ, ਇੱਕ ਵਾਰਡ 'ਚ ਇੱਕ ਲੰਬੜਦਾਰ ਹੋਣਾ ਚਾਹੀਦਾ, ਉਹਦੀ ਸਕੂਟਰੀ ਹੋਣੀ ਚਾਹੀਦੀ ਆ, ਔਰ ਪੱਕੇ ਲੰਬੜਦਾਰ ਜਿਹੜੀ ਲਿਸਟ ਬਣੀ ਸੀ ਉਹ ਲਾਗੂ ਹੋਣੇ ਚਾਹੀਦੇ ਆ। ਇਸ ਤੋਂ ਇਲਾਵਾ ਸਮਾਜ ਸੇਵੀ ਸ਼ਿਵ ਸੋਨੀ ਸਾਹਿਬ ਔਰ ਰਾਹੁਲ ਦੂਆ ਜੀ ਨੇ ਇਹ ਗੱਲ ਕੀਤੀ ਨਾਲ ਕਿ ਇੱਕ ਘਰ 'ਚ ਜੇ ਇੱਕ ਲੰਬੜਦਾਰ ਆ ਤੇ ਉਹਦੇ ਘਰੇ 10 ਨੌਕਰੀਆਂ ਵਾ, ਤੇ ਨਾਲ ਦੇ ਘਰ 'ਚ ਬੇਰੁਜ਼ਗਾਰੀ ਆ। ਇਟ ਮੀਨਸ ਜਿਹੜਾ ਦਬਦਬਾ ਲੰਬੜਦਾਰ ਦਾ, ਲੰਬੜਦਾਰੀ ਤੋਂ ਦਬਦਬਾ ਉੱਪਰਲੇ ਚੈਨਲ ਸੈਂਟਰੀ ਇੰਸਪੈਕਟਰ ਦਾ, ਉਸ ਤੋਂ ਬਾਅਦ ਸੈਂਟਰੀ ਚੀਫ ਜਾਂ ਅਗਲੇ ਉੱਪਰਲੇ ਜਿਹੜੇ ਅਧਿਕਾਰੀ ਹੈਗੇ ਉਹਨਾਂ ਦਾ ਹੋ ਜਾਂਦਾ ਵਾ। ਕਰਪਸ਼ਨ ਦੀ ਗੱਲ ਕੀਤੀ ਹੈ ਕਿ ਕਰਪਸ਼ਨ ਲੱਗਦਾ ਕਿ ਰਿਸ਼ੀ ਜੀ ਜਿਹੜੇ ਨੇ ਇਸ ਚੀਜ਼ ਨੂੰ ਘਟਾ ਸਕਣੇ, ਕਿਉਂਕਿ ਅੱਜ ਹੀ ਬੈਠੇ ਨੇ, ਕੱਲ ਚਾਰਜ ਮਿਲੇ ਆ, ਅੱਜ ਬੈਠੇ ਨੇ, ਅੱਜ ਤੁਸੀਂ ਮੁਲਾਕਾਤ ਕੀਤੀ ਹੈ, ਜੋ ਕਰਪਟ ਅਧਿਕਾਰੀ ਜਿਹੜੇ ਹੈਗੇ ਉਹਨਾਂ ਦੇ ਗਾਰਡ ਡਿੱਗੇਗੀ। ਦੇਖੋ, ਉਹਨਾਂ ਨੇ ਤੁਹਾਡੇ ਚੈਨਲ ਦੇ ਮਾਰਫਤ ਕਿਹਾ ਵੀ ਜੋ ਲਿਖਤ ਸ਼ਿਕਾਇਤ ਆਈ ਆ ਉਹਦੇ ਤੇ ਵੈਰੀਫਾਈ ਕਰਕੇ ਐਕਸ਼ਨ ਲਿੱਤਾ ਜਾਊਗਾ। ਔਰ ਮੈਂ ਉਹਨਾਂ ਨੂੰ ਖੁਦ ਕਹਿ ਗਿਆ, ਮੈਂ ਕਿਹਾ ਦੰਡਵਤ ਪ੍ਰਣਾਮ ਕਰਕੇ ਜਾਵਾਂਗੇ ਅਗਰ ਇਹ ਐਕਸ਼ਨ ਲੈ ਲੈਣੇ, ਔਰ ਜਿੰਨੀ ਦੇਰ ਐਕਸ਼ਨ ਲੈਣਾ ਜਾਂ ਇਨਕੁਆਇਰੀ ਚੱਲਣੀ ਆ, ਡਾਕਟਰ ਵਿਪਨ ਮਲਹੋਤਰਾ ਵਾ ਜਿਹੜਾ ਆਯੁਰਵੈਦਿਕ, ਉਹਨੂੰ ਉਹਦੇ ਸੀਟ ਤੋਂ ਹਟਾਇਆ ਜਾਵੇ। ਲੇਕਿਨ ਵਿੱਕੀ, ਮੈਂ ਇੱਥੇ ਨਹੀਂ ਸੀਗਾ, ਮੈਂ ਤੁਹਾਡੀ ਵੀਡੀਓ ਦੇਖੀ, ਇਮੋਸ਼ਨਲ ਹੋ ਗਿਆ। ਇੱਕ ਬ੍ਰਦਰ ਹੋ ਤੁਸੀਂ, ਇੱਕ ਪਰਿਵਾਰ ਹੋ ਮੇਰਾ,
ਮਰਨ ਦੀ ਅੱਗੇ ਤਾਂ ਅੱਜ ਤੱਕ ਨਹੀਂ ਗੱਲ ਕਰਨੀ। ਜੰਗ ਹਮੇਸ਼ਾ ਲੜਦੇ ਬੰਦੇ ਕੌਣ ਨੇ? ਜਿਹੜੇ ਜੰਗ ਨੂੰ ਜਿੱਤਣਾ ਜਾਣਦੇ ਨੇ। ਮਰਦੇ ਕੌਣ ਨੇ? ਬੁਜ਼ਦਲ ਮਰਦੇ ਨੇ। ਜੰਗ ਲੜੀ ਸੀਗੀ, ਹਾਰ ਗਏ ਸੀਗੇ, ਇਸ ਕਰਕੇ ਮਰਨ ਦਾ ਸਟੈਪ ਕੀਤਾ। ਅੱਗੇ ਜ਼ਿੰਦਗੀ 'ਚ ਨਹੀਂ ਕਰਨਾ ਵੀਰੇ। ਮੈਂ ਤੁਹਾਡੇ ਨਾਲ ਵਾਅਦਾ ਕਰਦਾ ਵਾਂ ਆਪਣੇ ਸਾਰੇ ਸਹਿਯੋਗੀ ਸਾਥੀਆਂ ਨਾਲ, ਆਪਣੀ ਟੀਮ ਦੇ ਨਾਲ, ਕਿ ਵਿਨਰ ਨੈਵਰ ਕੁਇਟ, ਕੁਇਟਰ ਨੈਵਰ ਵਿਨ। ਅਸੀਂ ਕੁਇਟ ਨਹੀਂ ਕਰਨਾ, ਅਸੀਂ ਜਿੱਤ ਵਾਲੇ ਪਾਸੇ ਵਧਣਾ। ਸੋਨੀ ਜੀ ਮੁਬਾਰਕਾਂ, ਨਵੇਂ ਕਮਿਸ਼ਨਰ ਸਾਹਿਬ ਆਏ ਨੇ, ਲੈਟਰ ਫੜੀ ਹੈ, ਕਹਿ ਦਿੱਤਾ ਹੈ ਕਿ ਕੰਮ ਕਰ ਦਾਂਗੇ। ਕਿ ਤੁਹਾਨੂੰ ਲੱਗਦਾ ਹੈ ਕਿ ਕੰਮ ਹੋ ਜਾਊਗਾ? ਵਿਸ਼ਾਲ ਜੀ, ਮੈਂ ਤੁਸੀਂ ਉੱਤੇ ਵੀ ਸੁਣਿਆ ਹੋਣਾ ਮੈਂ ਜੋ ਗੱਲ ਕਹੀ ਸੀਗੀ, ਮੈਂ ਉੱਤੇ ਵੀ ਇਹੀ ਗੱਲ ਕਹੀ ਸੀਗੀ ਕਿ ਅਸੀਂ ਜਿੰਨੇ ਵੀ ਹੈਗੇ ਵੀਰ ਹੈਗੇ ਆ BSS ਦੀ ਟੀਮ ਦੇ ਨਾਲ, ਵਿੱਕੀ ਸੋਤਾ ਜੀ ਦੇ ਨਾਲ ਖੜੇ ਆ। ਉਹ ਇਸ ਲਈ ਖੜੇ ਹੈਗੇ ਆ ਕਿਉਂਕਿ ਸਾਡੀ ਜਿਹੜੀ ਲੜਾਈ ਹੈਗੀ ਹੈ ਨਾ ਜੀ, ਉਹ ਲੜਾਈ ਸਿਸਟਮ ਦੇ ਨਾਲ ਹੈਗੀ ਹੈ। ਰਿਸ਼ੀ ਜੀ ਨੇ ਆ ਜਾਣਾ, ਰਿਸ਼ੀ ਜੀ ਨੇ ਚਲੇ ਜਾਣਾ, ਮੈਡਮ ਸ਼ਿਨਾ ਅਗਰਵਾਲ ਆਈ, ਉਹ ਚਲੀ ਗਈ, ਠੀਕ ਹੈ ਨਾ ਜੀ। ਬਟ ਸਾਨੂੰ ਸਿਰਫ ਮੇਰਾ ਕਹਿਣ ਦਾ ਭਾਵ ਇਹ ਹੈਗਾ ਕਿ ਜਿਹੜੇ ਬੰਦੇ ਦੇ ਅੰਗੇਜ ਸ਼ਿਕਾਇਤ ਹੈ, ਕਮ ਸੇ ਕਮ ਉਹ ਬੰਦਾ ਉਸ ਸੀਟ ਤੋਂ ਤਾਂ ਸਾਈਡ ਹਟੇ ਨਾ ਜੀ। ਕਿੱਦਾਂ ਹਟੇਗਾ? ਮੈਂ ਉਹੀ ਗੱਲ ਕਹਿ ਰਿਹਾ ਜੀ, ਕਮਿਸ਼ਨਰ ਸਾਹਿਬ ਨੂੰ ਵੀ ਇਹੀ ਗੱਲ ਕਹੀ ਕਿ ਜੇ ਵਿਧਾਨ ਸਭਾ ਕਮੇਟੀ ਉਹਨੂੰ ਰਿਕਮੈਂਡ ਕਰਦੀ ਹੈ, ਵਿਧਾਨ ਸਭਾ ਕਮੇਟੀ ਦੇ ਜਿਹੜੇ MLA ਨੇ ਜਾਂ ਤਾਂ ਉਹ ਅਸਤੀਫਾ ਦੇ ਦੇਣ ਜੀ, ਜਾਂ ਤਾਂ ਵਿਧਾਨ ਸਭਾ ਕਮੇਟੀ ਦੇ ਜਿੰਨੇ ਵੀ ਆਪਣੇ MLA ਹੈਗੇ ਨੇ ਉਹ ਅਸਤੀਫਾ ਦੇ ਦੇਣ, ਜਾਂ ਇਹਦੇ ਕੋਲੋਂ ਉਹਦੇ ਕੋਲੋਂ ਚਾਰਜ ਵਾਪਸ ਲੈ ਲੈਣੇ। ਤਾਂ ਹੁਣ ਗੋਗੀ ਜੀ ਦੱਸਣਗੇ ਕਿ ਉਹਨਾਂ ਨੇ ਅਸਤੀਫਾ ਦੇਣਾ ਕਿਉਂਕਿ ਉਹਨਾਂ ਨੇ ਔਨ ਰਿਕਾਰਡ ਉਹਦੇ ਤੇ ਕਿਹਾ ਕਿ ਕਹਿੰਦੇ ਆ ਕਿ ਮੀਡੀਆ ਤੇ ਆ ਕੇ ਕਿ ਇਹ ਸ਼ਖਸ ਵਿਦਿਨ 7 ਡੇ ਕੁਇਟ ਕਰਾਵਾਂਗੇ, ਇਹਨੂੰ ਇੱਥੋਂ ਰਿਲੀਵ ਕਰਾਂਗੇ। ਅਗਰ ਉਹ ਰਿਲੀਵ ਨਹੀਂ ਹੁੰਦਾ ਫਿਰ ਤਾਂ ਮੈਂ ਇੱਕੋ ਗੱਲ ਕਹੂੰਗਾ ਮਾਨ ਸਾਹਿਬ ਨੂੰ ਕਿ ਗੋਗੀ ਸਾਹਿਬ ਨੂੰ ਵੀ ਬੇਲੇ ਕਰਨ ਜੀ। ਕਿਉਂਕਿ ਗੋਗੀ ਸਾਹਿਬ ਨੇ ਵੀ ਨਹੀਂ ਉਹਨਾਂ ਕੋਲੋਂ ਕੁਛ ਇੱਕ ਚਾਰਜ ਲੈ ਪਾਏ। ਸਿਸਟਮ ਦੇਖੋ ਫਿਰ ਕਿੱਡਾ ਵੱਡਾ ਹੋ ਕੀ ਕਹਿੰਦੇ ਪਾਵਰਫੁਲ ਹੈਗਾ, ਇੱਕ ਡਾਕਟਰ ਕਿੱਡਾ ਵੱਡਾ ਪਾਵਰਫੁਲ ਹੈਗਾ ਕਿ MLA ਦੀ ਜਿਹੜੀ ਵਿਧਾਨ ਸਭਾ ਦੀ ਕਮੇਟੀ ਹੁੰਦੀ ਹੈ, ਅਸੀਂ ਉਹਨਾਂ ਨੂੰ ਬਹੁਤ ਬੜੀ ਇੱਕ ਪਾਵਰ ਮੰਨਦੇ ਹੈਗੇ ਜੀ ਕਿ ਅਗਰ ਉਹ ਕਿਸੇ ਅਫਸਰ ਦੇ ਅਗੇਂਸਟ ਕੋਈ ਕਾਰਵਾਈ ਲੈ ਲੈਂਦੇ ਆ, ਉਹ ਵਿਦ ਇਮੀਡੀਏਟ ਇਫੈਕਟ, ਕਿਉਂਕਿ ਉਹਦੇ 'ਚ ਸਾਰੀ ਪਾਰਟੀਆਂ ਦੇ ਨੁਮਾਇੰਦੇ ਹੁੰਦੇ ਆ, ਨਾ ਕਿ ਇਕੱਲਾ ਇੱਕ ਆਮ ਆਦਮੀ ਪਾਰਟੀ ਦਾ ਨੁਮਾਇੰਦਾ। ਇਹ ਤਾਂ ਹੁਣ ਆਉਣ ਵਾਲੇ 7 ਦਿਨ ਦੇਖਦੇ ਆ ਕਿ ਗੋਗੀ ਜੀ ਰਿਜ਼ਾਈਨ ਦਿੰਦੇ ਆ ਜਾਂ ਡਾਕਟਰ ਸਾਹਿਬ ਕੀ ਕਹਿੰਦੇ ਸੀਟ ਛੱਡਦੇ ਆ। 7 ਦਿਨ ਬਾਅਦ ਦੇਖਦੇ ਆ ਜੀ। ਲੱਗਦਾ ਹੈ ਕਿ ਮੁਲਾਜ਼ਮ ਜਿਹੜੇ ਨੇ, ਸਫਾਈ ਕਰਮਚਾਰੀ ਨੇ, ਉਹਨਾਂ ਦੀ ਮੁਸ਼ਕਲਾਂ ਹੱਲ ਹੋਣਗੀਆਂ ਹੁਣ ਨਵੇਂ ਕਮਿਸ਼ਨਰ ਆਉਣ ਦੇ? ਬਿਲਕੁਲ, ਦੇਖੋ ਅਫਸਰ ਆਉਂਦੇ ਨੇ, ਅਫਸਰ ਜਾਂਦੇ ਨੇ, ਲੇਕਿਨ ਸਾਨੂੰ ਆਸ ਹੈ, ਅਸੀਂ ਮਿਲ ਕੇ ਆਏ ਹਾਂ, ਬੜੀ ਅੱਛੀ ਮੀਟਿੰਗ ਹੋਈ ਸਾਡੀ ਉਹਨਾਂ ਨਾਲ, ਔਰ ਵਿਸਤਾਰ ਨਾਲ ਅਸੀਂ ਦੱਸਿਆ ਜੀ ਕਿ ਅਸੀਂ ਜਿਹੜੇ ਆ ਅਸੀਂ ਸ਼ਿਕਾਇਤ ਲੈ ਕੇ ਆਏ ਹਾਂ ਸਮਾਜ ਦੀ। ਜਿਹੜੇ ਲੋਕਾਂ ਨੂੰ ਮੁਸ਼ਕਲਾਂ ਆ ਰਹੀਆਂ ਨੇ, ਜਿਹਨਾਂ ਘਰ ਦੇ ਵਿੱਚ 5-5 10-10 ਨੌਕਰੀਆਂ ਨੇ, ਉਹ ਕਿਸੇ ਦੇ ਘਰ ਇੱਕ ਨੌਕਰੀ ਵੀ ਨਹੀਂ ਹੈ, ਜਿਹੜੀ ਤੁਸੀਂ ਇਹਦੀ ਵੈਰੀਫਾਈ ਕਰਾਇਓ, ਜੋ ਸੱਚਾਈ ਉਹ ਸਾਹਮਣੇ ਆਵੇ। ਜਿਹੜਾ ਪ੍ਰਸ਼ਾਸਨ ਹੈ, ਜਿਹੜਾ ਸਮਾਜ ਅੱਜ ਉਹ ਤੁਹਾਡੇ ਤੋਂ ਪੂਰੀ ਆਸ ਰੱਖਦਾ ਹੈ ਕਿ ਨਵੇਂ ਅਫਸਰ ਆਏ ਨੇ ਉਹ ਕੰਮ ਅੱਛਾ ਕਰਨਗੇ। ਦੇਖੋ ਅੱਜ ਅਫਸਰ ਹੈਗੇ ਨੇ, ਕੱਲ੍ਹ ਚੇਂਜ ਹੋ ਕੇ ਦੂਸਰੇ ਅਫਸਰ ਆਣਗੇ, ਲੇਕਿਨ ਅੱਛਾ ਕੰਮ ਕਰਦਾ ਯਾਦ ਆਉਂਦਾ ਹਮੇਸ਼ਾ ਕਿ ਇਸ ਵਾਰ ਫਲਾਣਾ ਅਫਸਰ ਆਇਆ ਸੀ, ਉਹ ਅਵਧੀ ਕੰਮ ਕਰਕੇ ਗਿਆ। ਸਾਨੂੰ ਉਹਨਾਂ ਨੇ ਆਸ਼ਵਾਸਨ ਦਿੱਤਾ ਵਾ, ਸਾਡੀ ਪੂਰੀ ਟੀਮ ਨੂੰ ਆਸ਼ਵਾਸਨ ਦਿੱਤਾ, ਤੁਸੀਂ ਆਰਾਮ ਨਾਲ ਕਦੇ ਬੇਫਿਕਰ ਰਹੋ, ਤਾਂ ਜੋ ਵੀ ਡਾਕੂਮੈਂਟ ਹੋਰ ਵੀ ਹੈਗੇ ਨੇ ਸਾਡੇ ਸਬਮਿਟ ਕਰਾਓ, ਮੈਂ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਕਰਾਂਗਾ, ਤੁਹਾਨੂੰ ਪੂਰਾ ਇਨਸਾਫ ਮਿਲੇਗਾ। ਸੋਨੀ ਸਾਹਿਬ, ਇੱਕ ਸਵਾਲ ਮੈਨੂੰ ਨਾ ਬਾਰ-ਬਾਰ ਦਿਲ 'ਚ ਆ ਰਿਹਾ, ਪੁੱਛਣਾ ਚਾਹੁੰਦਾ ਵਾਂ ਯਾਰ, ਜਿੰਨੇ ਲੋਕ ਬੁੱਕੇ ਲੈ ਕੇ ਆ ਰਹੇ ਆ, ਜਦੋਂ ਜਿਹੜੇ ਦਬੇ ਹੋਏ ਲੋਕ ਨੇ ਉਹ ਵਿਚਾਰੇ ਆਪਣੀ ਕੰਪਲੇਂਟ ਲੈ ਕੇ ਕਿਉਂ ਨਹੀਂ ਆ ਰਹੇ? ਕਿ ਉਹ ਪੌੜੀਆਂ ਚੜ੍ਹਦੇ ਡਰਦੇ ਨੇ ਕਿ ਉਹਨਾਂ ਦੇ ਪੈਰ ਹਿਲ ਜਾਂਦੇ ਨੇ? ਮੀਡੀਆ ਸਾਹਮਣੇ ਬੋਲਦੇ ਨੇ, ਕਮਿਸ਼ਨਰ ਇੰਨਾ ਸੋਹਣਾ ਕਮਿਸ਼ਨਰ ਆ ਯਾਰ, ਗੱਲ ਬੜੀ ਸਲੀਕੇ ਨਾਲ ਕੀਤੀ, ਹਰ ਜਵਾਬ ਸਲੀਕੇ ਨਾਲ ਦਿੱਤਾ, ਤੇ ਉਹ ਮਜਬੂਰ ਲੋਕ ਕਿੱਥੇ ਨੇ ਜਿਹੜੇ ਹਮੇਸ਼ਾ ਮੀਡੀਆ ਅੱਗੇ ਆਉਂਦੇ ਨੇ, ਅੱਜ ਨੂੰ ਸਾਹਿਬ ਨੂੰ ਮਿਲਦੇ ਕਿਉਂ ਨਹੀਂ? ਦੋ ਗੱਲਾਂ ਆਪ ਜੀ ਇਹਦੇ ਚੈਨਲ ਦੇ ਮਾਧਿਅਮ 'ਚੋਂ ਪਹਿਲਾਂ ਕਹਿ ਚੁੱਕੇ ਹੋਇਆ ਜੀ, ਰਿਪੀਟ ਕਰਕੇ ਕਹਿ ਦਿੰਦਾ ਹੈਗਾ ਜੀ। ਅਗਰ ਕੋਈ ਵੀ ਕਮਿਸ਼ਨਰ, ਕੋਈ ਵੀ ਸਰਕਾਰ, ਕੋਈ ਵੀ ਨਿਕਾਏ ਮੰਤਰੀ ਇਹ 4th ਕਲਾਸ ਮੁਲਾਜ਼ਮਾਂ ਦਾ ਭਲਾ ਕਰਨਾ ਚਾਹੁੰਦਾ, ਦੋ ਚੀਜ਼ਾਂ ਕਰਕੇ ਦੇ ਦੇਵੇ ਜੀ। ਪਹਿਲੀ ਚੀਜ਼ ਬੈਂਕ ਲੋਨ ਜੀ, 4th ਕਲਾਸ EMPLOYE ਨੂੰ ਜਿਸ ਦਿਨ ਬੈਂਕ ਲੋਨ ਕਰਕੇ ਦੇ ਦੇਗਾ, ਮੈਂ ਸ਼ਿਵ ਕੁਮਾਰ ਸੋਨੀ BSS ਦੇ ਮਾਧਿਅਮ ਤੋਂ, BSS ਦੇ ਬਿਹਾਫ ਤੇ ਕਹਿ ਦਿੰਦਾ ਹੈਗਾ, ਮਤਲਬ ਕਿ ਜਿੱਥੋਂ ਦੀ ਤੱਕ ਲੈ ਕੇ ਕਹਿਣਗੇ ਫੁੱਲਾਂ ਦੇ ਹਾਰ ਵਿਛਾ ਕੇ ਉਹਨਾਂ ਨੂੰ ਲੈ ਕੇ ਆਵਾਂਗੇ। ਕਾਰਨ ਬਿਨਾਂ ਪੈਸੇ ਤੋਂ 4th ਕਲਾਸ EMPLOYE ਦੀ ਉਹਦਾ ਭਲਾ ਨਹੀਂ ਹੋਣਾ। ਦੂਸਰੀ ਗੱਲ, ਇੱਕ ਹੋਰ ਤੁਹਾਨੂੰ ਮੈਂ ਗੱਲ ਬੜੀ ਵਾਲੀ ਦੱਸਣ ਚੱਲਾਂ ਜੀ, ਤੁਸੀਂ ਜਿੰਨੇ ਵੀ EMPLOYE ਪੱਕੇ ਨੇ ਜੀ, ਉਹਨਾਂ ਦੇ ਫੰਡਸ ਨੇ ਜੀ, ਜਿਹੜੇ ਫੰਡਸ ਉਹਨਾਂ ਨੂੰ ਆਨਲਾਈਨ ਨਜ਼ਰ ਆਉਂਦੇ ਹੋਣੇ ਚਾਹੀਦੇ ਆ। ਕਿਸੇ ਦੇ 4 ਲੱਖ ਹੈ ਜੀ, ਕਿਸੇ ਦੇ 5 ਲੱਖ ਹੈ ਜੀ। ਫੰਡਸ ਕਿਸੇ ਦੇ ਪਿਓ ਦੀ ਸੰਪत्ति ਨਹੀਂ ਹੈ ਜੀ। ਗੰਦਾ ਵਰਡ ਯੂਜ਼ ਕਰਨ ਲੱਗਾ ਹੈਗਾ, ਪਰ ਕਿਉਂ ਦੁਖੀ ਹੋ ਕੇ ਕਰਨ ਲੱਗਾ। ਫੰਡ ਕਿਸੇ ਦੇ ਪਿਓ ਦੀ ਸੰਪत्ति ਨਹੀਂ ਹੈ, ਉਹ ਉਸ 4th ਕਲਾਸ ਮੁਲਾਜ਼ਮ ਦੀ ਸੰਪत्ति ਹੈ, ਜਿਹੜੀ ਕਿ ਉਹਨੂੰ ਪਿਛਲੇ 10 ਸਾਲ ਤੋਂ ਇਹੀ ਨਹੀਂ ਪਤਾ ਹੈਗੀ ਇੱਧਰ ਕਿ ਉਹ 5 ਲੱਖ ਹੈ, 4 ਲੱਖ ਹੈ, 7 ਲੱਖ ਹੈ। ਅੱਛਾ ਹੋਰ ਦੇਖੋ, ਮੈਂ ਪਹਿਲਾਂ ਵੀ ਤੁਹਾਡੇ ਚੈਨਲ ਤੋਂ ਮਾਧਿਅਮ ਤੋਂ ਚੈਲੰਜ ਕਰਕੇ ਕਿਹਾ ਸੀਗਾ, ਮਾਨਯੋਗ ਕਮਿਸ਼ਨਰ ਸਾਹਿਬ 100 ਮੁਲਾਜ਼ਮ ਰਿਟਾਇਰ ਹੁੰਦਾ, 80 ਮੁਲਾਜ਼ਮ ਅਗਰ ਆਪਣੇ ਘਰ ਤੁਹਾਡੀ ਰਿਟਾਇਰਮੈਂਟ ਦਾ 1 ਰੁਪਿਆ ਵੀ ਲੈ ਕੇ ਜਾਂਦੇ ਹੋਊਗਾ, ਮੈਨੂੰ ਜਿੱਥੇ ਕਹੋਗੇ ਉੱਥੇ ਤੁਹਾਡੀ ਜੁੱਤੀ ਦੇ ਵਿੱਚ ਪਾਣੀ ਪੀਊਂਗਾ, ਇਹ ਮੈਂ ਗਰੰਟੀ ਦਿੰਦਾ। ਕਾਰਨ ਉਹ ਵਿਚਾਰੇ 10-10% ਤੇ, ਵਿਚਾਰੇ 15-15% ਤੇ, 20-20% ਤੇ ਆਲਰੇਡੀ ਪਿਛਲੇ 10-10 ਸਾਲ ਤੋਂ, 5-5 ਸਾਲ ਤੋਂ। ਕਾਰਨ
ਫੰਡਸ ਉਹਨਾਂ ਨੂੰ ਤੁਸੀਂ ਨਹੀਂ ਦੇਣੇ। ਬੈਂਕ ਲੋਨ ਕੀ ਕਹਿੰਦਾ, ਫੋਰਥ ਕਲਾਸ EMPLOYE। ਮੈਂ ਤਾਂ ਪਹਿਲਾਂ ਵੀ ਕਿਹਾ ਸੀਗਾ ਕਿ ਭਾਈ ਮੇਰੇ ਕਿਸ ਤਰ੍ਹਾਂ ਦਾ ਫੋਰਥ ਕਲਾਸ EMPLOYE ਸੱਜ ਧੱਜ ਕੇ ਆਵੇ, ਤੁਹਾਨੂੰ ਪਤਾ ਲੱਗੇ ਕਿ ਇਹ ਵਿਚਾਰਾ ਗਰੀਬ ਹੈ, ਇਹਨੂੰ ਲੋਨ ਦੀ ਜ਼ਰੂਰਤ ਹੈ। ਕੋਟ ਪੈਂਟ ਪਾ ਕੇ ਜਾਣਾ ਚਾਹੀਦਾ, ਗਲਤੀ ਕਰ ਜਾਂਦਾ ਵਿਚਾਰਾ, ਮਜਬੂਰ ਹੋ ਕੇ ਚਲਾ ਜਾਂਦਾ। ਇਹ ਤਾਂ ਪੋਲੀਟੀਕਲ ਸਿਸਟਮ ਦੱਸੇ, ਬਸ਼ਰਮਾ ਦਾ ਸਿਸਟਮ ਦੱਸੇ ਕਿ ਉਹ ਕਿਸ ਤਰ੍ਹਾਂ ਦੇ ਬਣ ਕੇ ਆਣ ਕਿ ਇਹਨਾਂ ਨੂੰ ਪਤਾ ਲੱਗੇ ਕਿ ਲੈ ਵੀ ਕੀ ਕਹਿੰਦੇ ਵਿਚਾਰਿਆਂ ਦੀ ਗਰੀਬੀ ਹੈ, ਔਰ ਇਹ ਉਹਨਾਂ ਦੀ ਗਰੀਬੀ ਦਾ ਮਜ਼ਾਕ ਉਡਾਉਂਦੇ। ਬਿਲਕੁਲ ਸਹੀ ਗੱਲ ਹੈ। ਤੁਹਾਨੂੰ ਦੱਸ ਦਈਏ ਕਿ ਜੋ ਆ ਵੀਰ ਨੇ ਗੱਲ ਕੀਤੀ ਹੈ, ਸਾਡੇ ਸੋਨੀ ਸਾਹਿਬ ਨੇ ਨਾਲ ਵੀਰ ਨੇ ਗੱਲ ਕੀਤੀ ਹੈ ਕਿ ਅਗਰ ਤੁਸੀਂ ਦਰਜਾ 4 ਦੇ ਕਰਮਚਾਰੀ ਹੋ, ਤੁਹਾਨੂੰ ਲੋਨ ਨਹੀਂ ਮਿਲਦਾ ਤੇ ਤੁਹਾਡੀ ਸਿਫਾਰਿਸ਼ ਵੀ ਜਿਹੜੀ ਇਹਨਾਂ ਨੇ ਕਮਿਸ਼ਨਰ ਸਾਹਿਬ ਨਾਲ ਕੀਤੀ ਹੈ। ਲੇਕਿਨ ਤੁਸੀਂ ਵੀ ਸੋਚੋ ਕਿ ਤੁਸੀਂ ਕੋਟ ਪੈਂਟ ਪਾ ਕੇ ਬੈਂਕ ਜਾਇਆ ਕਰੋ, ਬਾਬੂ ਬਣ ਕੇ ਬੈਂਕ ਜਾਇਆ ਕਰੋ। ਬੈਂਕ ਵਾਲੇ ਵੀ ਸੋਚਣ ਕਿ ਸਾਡੇ ਕੋਲ ਕੋਈ ਬਾਹੂ ਆਇਆ ਤੇ ਅਸੀਂ ਇਹਦੀ ਗੱਲਬਾਤ ਬਹਿ ਕੇ ਸੁਣੀਏ। ਤੇ ਉਹੀ ਹਿਸਾਬ ਕਾਰਪੋਰੇਸ਼ਨ ਦੇ ਵਿੱਚ ਵੀ ਹੈ। ਅਗਰ ਇੱਥੇ ਕੋਈ ਵਧੀਆ ਪੋਸਟ ਦੇ ਉੱਤੇ ਬੈਠਾ ਹੈ, ਵਧੀਆ ਕੱਪੜੇ ਪਾ ਕੇ ਬੈਠਾ ਹੈ, ਤੇ ਸਮਝੋ ਉਹਦਾ ਦਬਦਬਾ ਕਾਇਮ ਹੈਗਾ ਵੈ। ਸਾਡੇ ਨਾਲ ਇਸ ਸਮੇਂ ਨਗਰ ਨਿਗਮ ਲੁਧਿਆਣਾ ਸੰਦੀਪ ਰਿਸ਼ੀ ਜੀ ਕਮਿਸ਼ਨਰ ਸਾਡੇ ਨਾਲ ਮੌਜੂਦ ਹੈ। ਗੱਲਬਾਤ ਕਰਦੇ ਹਾਂ। VSS ਦੀ ਟੀਮ ਜਿਹੜੀ ਇਹਨਾਂ ਨੂੰ ਇੱਕ ਮੈਮੋਰੈਂਡਮ ਦੇਣ ਆਈ ਸੀਗੀ, ਗੱਲਬਾਤ ਕਰਾਂਗੇ। ਸਰ, ਕੀ ਦਿੱਕਤਾਂ ਪਰੇਸ਼ਾਨੀਆਂ ਆ ਰਹੀਆਂ ਮੁਲਾਜ਼ਮ ਨੂੰ? ਪਹਿਲੇ ਤਾਂ ਮੁਬਾਰਕਾਂ ਹੋਣ, ਤੁਸੀਂ ਪੂਰਾ ਚਾਰਜ ਸੰਭਾਲਿਆ ਹੋਇਆ। ਅਸੀਂ ਵੀ ਆਸ ਕਰਾਂਗੇ ਕਿ ਲੁਧਿਆਣਾ ਨੂੰ ਹੋਰ ਸਮਾਰਟ ਬਣਾਉਣ 'ਚ ਤਰੱਕੀ ਦੀ ਰਾਹ ਤੇ ਲੈ ਕੇ ਜਾਓਗੇ। ਥੈਂਕ ਯੂ ਜੀ, ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ। ਅੱਜ ਮੇਰੇ ਕੋਲ VSS ਦਾ ਡੈਪੂਟੇਸ਼ਨ ਜਿਹੜਾ ਹੈ ਵਿੱਕੀ ਸੋਤਾ ਜੀ ਦੇ ਨਾਲ ਹੋਰ ਸਾਰੇ ਨੇਤਾ ਸਾਹਿਬਾਨ ਜਿਹੜੇ ਨੇ ਉਹ ਅੱਜ ਇੱਥੇ ਮੇਰੇ ਕੋਲ ਆਏ ਨੇ। ਉਹਨਾਂ ਵੱਲੋਂ ਮਿਊਨਿਸਪਲ ਕਾਰਪੋਰੇਸ਼ਨ ਦੇ ਵਿੱਚ ਜਿਹੜੀਆਂ 2-3 ਉਹਨਾਂ ਦੇ ਜਿਹੜੀਆਂ ਡਿਫੀਕਲਟੀਜ਼ ਔਰ ਸ਼ਿਕਾਇਤਾਂ ਵੀ ਆ ਉਹ ਦਿੱਤੀਆਂ ਨੇ। ਇੱਕ ਕੋਈ ਸਾਡੇ ਇੱਥੇ ਸੌਖ ਬੰਦਾ ਜਿਹੜਾ ਸੀ ਉਹ ਪੱਕਾ ਕੀਤਾ ਗਿਆ ਹੈ ਪਿਛਲੇ ਦਿਨਾਂ ਦੇ ਵਿੱਚ, ਉਹਦੇ ਸੰਬੰਧ ਵਿੱਚ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਰਿਕਾਰਡ ਚੰਗੀ ਤਰ੍ਹਾਂ ਵੈਰੀਫਾਈ ਨਹੀਂ ਕੀਤੇ ਗਏ। ਜਦੋਂ ਉਹਨਾਂ ਨੂੰ ਪੱਕਾ ਕੀਤਾ ਗਿਆ ਉਹਦੇ ਵਿੱਚ ਕੋਈ ਗੜਬੜ ਹੋਈ ਹੈ। ਇੱਕ ਸਾਡੇ MOH ਜਿਹੜੇ ਨੇ ਉਹਨਾਂ ਦੇ ਖਿਲਾਫ ਵੀ ਉਹਨਾਂ ਨੂੰ ਸ਼ਿਕਾਇਤ ਦਿੱਤੀ ਗਈ ਹੈ ਕਿ ਇਸ ਪ੍ਰੋਸੈਸ ਦੇ ਵਿੱਚ ਉਹਨਾਂ ਵੱਲੋਂ ਕੋਈ ਨਾ ਕੋਈ ਗੜਬੜ ਕੀਤੀ ਗਈ ਹੈ। ਔਰ ਖਾਸ ਤੌਰ ਤੇ ਜਿਹੜੀ ਜਿਹੜਾ ਸਾਡਾ ਸਫਾਈ ਸੇਵਕ ਤਬਕਾ ਹੈ ਉਹਦੇ ਵਿੱਚ ਵੀ ਉਹਨਾਂ ਨੇ ਐਕਸਪਲੋਇਟੇਸ਼ਨ ਬਾਰੇ ਜਿਹੜੀ ਇਹ ਸ਼ਿਕਾਇਤ ਦਿੱਤੀ ਹੈ। ਸੋ ਉਹਨਾਂ ਦੇ ਸੁਝਾਅ, ਉਹਨਾਂ ਦੀ ਸ਼ਿਕਾਇਤ ਜਿਹੜੀ ਅਸੀਂ ਉਹਨੂੰ ਚੰਗੇ ਤਰੀਕੇ ਨਾਲ ਵੈਰੀਫਾਈ ਆਪ ਕਰਾਂਗੇ। ਔਰ ਇਹਦੇ ਵਿੱਚ ਜੇਕਰ ਜਿੱਥੇ ਵੀ ਕੋਈ ਮਤਲਬ ਗੜਬੜੀ ਪਾਈ ਗਈ ਤਾਂ ਸੰਬੰਧਿਤਾਂ ਦੇ ਖਿਲਾਫ ਜਿਹੜੀ ਉਹ ਕਾਰਵਾਈ ਕੀਤੀ ਜਾਵੇਗੀ। ਔਰ ਅਸੀਂ ਇਹੋ ਹੀ ਇਹਨਾਂ ਨੂੰ ਵਿਸ਼ਵਾਸ ਵੀ ਦਿਵਾਇਆ ਔਰ ਇਹਨਾਂ ਕੋਲ ਸਹਿਯੋਗ ਵੀ ਅਸੀਂ ਇਹੋ ਮੰਗਦੇ ਹਾਂ ਕਿ ਇਹਨਾਂ ਕੋਲ ਜੋ ਇਸ ਸੰਬੰਧੀ ਕੋਈ ਰਿਕਾਰਡ ਜਿਹੜਾ ਹੈ ਉਹ ਜੋ ਇਹਨਾਂ ਕੋਲ ਹੈਗਾ ਉਹ ਵੀ ਸਾਨੂੰ ਨਾਲ ਸਪਲੀਮੈਂਟ ਕਰਕੇ ਦੇਣਗੇ ਔਰ ਅਸੀਂ ਆਪਣੇ ਰਿਕਾਰਡ ਦੇ ਵਿੱਚ ਵੀ ਜਿਹੜਾ ਹੈ ਇਹਨੂੰ ਚੰਗੀ ਤਰੀਕੇ ਨਾਲ ਛਾਣਬੀਣ ਕਰਕੇ ਔਰ ਬਣਦੀ ਵੀ ਕਾਰਵਾਈ ਕਰਾਂਗੇ। ਪਹਿਲੇ ਵੀ ਇਹਨਾਂ ਨੇ ਕਈ ਵਾਰੀ ਜੋ ਪ੍ਰੂਫ ਸੀਗੇ ਇਹਨਾਂ ਨੇ ਸਬਮਿਟ ਕਰਵਾਏ ਸੀਗੇ ਕਮਿਸ਼ਨਰ ਮੈਡਮ ਨੂੰ, ਲੇਕਿਨ ਉਸ ਦੇ ਬਿਹਾਵ ਦੇ ਉੱਤੇ ਤੱਕ ਕਾਰਵਾਈ ਨਹੀਂ। ਲਗਾਤਾਰ ਇਹਨਾਂ ਨੇ ਪ੍ਰਦਰਸ਼ਨ ਕੀਤਾ, ਮੈਡਮ ਦੇ ਆਵਾਜ਼ ਦੇ ਉੱਤੇ ਪ੍ਰਦਰਸ਼ਨ ਕੀਤਾ, ਸੁਸਾਈਡ ਕਰਨ ਤੱਕ ਦੀ ਨੌਬਤ ਆ ਗਈ ਸੀ। ਵਿੱਕੀ ਕਹਿ ਰਿਹਾ ਸੀਗਾ ਕਿ ਮੈਨੂੰ ਸੁਸਾਈਡ ਕਰ ਦੂੰਗਾ ਅਗਰ ਇਨਸਾਫ ਨਹੀਂ ਮਿਲਦਾ। ਸਰ, ਐਸੀ ਨੌਬਤ ਕਿਉਂ ਆ ਜਾਂਦੀ? ਇੱਕ ਦਰਜਾ 4 ਦੇ ਕਰਮਚਾਰੀ ਕਾਰਪੋਰੇਸ਼ਨ ਦੇ, ਇੱਕ ਤੁਸੀਂ ਜਿੱਦਾਂ ਸਟੇਸ਼ਨ ਹਾਊਸ ਆਫੀਸਰ ਹੁੰਦਾ ਉੱਦਾਂ ਤੁਸੀਂ ਹੋ ਕਿ ਤੁਹਾਨੂੰ ਵੀ ਜਿਹੜਾ ਜਿੱਦਾਂ ਸਾਡੇ ਪੁਲਿਸ ਕਮਿਸ਼ਨ ਲੁਧਿਆਣਾ ਸਾਰੀ ਫੋਰਸ ਦੇਖਦੇ, ਤੁਹਾਡੀ ਵੀ ਨੀਚੇ ਸਾਰੀ ਫੋਰਸ ਹੀ ਹੈ, ਲੇਕਿਨ ਉਹਨਾਂ ਨੂੰ ਦੱਬੇ ਕੁਚਲੇ ਕਿਉਂ ਮਹਿਸੂਸ ਹੁੰਦੇ ਨੇ? ਕਿਉਂ ਨਹੀਂ ਉਹਨਾਂ ਦੇ ਉੱਤੇ ਸਹੀ ਤਰੀਕੇ ਨਾਲ, ਵਾਜਿਬ ਤਰੀਕੇ ਨਾਲ ਉਹਨਾਂ ਨੂੰ ਅਹਿਸਾਸ ਦਿਵਾਇਆ ਜਾਂਦਾ ਕਿ ਉਹ ਸਾਡਾ ਹੀ ਇੱਕ ਪਰਿਵਾਰ ਦਾ ਹਿੱਸਾ ਨੇ? ਬਿਲਕੁਲ ਜੀ, ਮੈਂ ਜਦੋਂ ਜੁਆਇਨ ਕੀਤਾ ਪਹਿਲਾਂ ਜਿਹੜਾ ਮੇਰੀ ਪਹਿਲੀ ਸਟੇਟਮੈਂਟ ਇਹੋ ਹੈ ਕਿ ਇਹ ਇੱਕ ਪਰਿਵਾਰ ਹੈ ਸਾਡਾ ਮਿਊਨਿਸਪਲ ਕਾਰਪੋਰੇਸ਼ਨ, ਚਾਹੇ ਉਹ ਸਾਡਾ ਸਫਾਈ ਸੇਵਕ ਹੈ, ਮੈਂ ਤਾਂ ਸਫਾਈ ਸੈਨਿਕ ਕਹਿੰਦਾ ਉਹਨੂੰ, ਔਰ ਸਾਡਾ ਸੀਵਰਮੈਨ ਭਰਾ ਜਿਹੜਾ ਹੈ ਉਹ ਵੀ ਬਿਲਕੁਲ ਜਿਹੜਾ ਸਾਡੇ ਕਟਿੰਗ ਐਜ ਦੇ ਉੱਤੇ ਜਿਹਨੂੰ ਕਹਿੰਦੇ ਉਹ ਸਾਡੀ ਵਰਕਫੋਰਸ ਹੈ ਔਰ ਉਹ ਸਭ ਤੋਂ ਵੱਧ ਐਕਸਪੋਜ਼ਡ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਇਨਫੈਕਸ਼ਨ ਨੂੰ, ਕਿਸੇ ਹੈਜ਼ਰਡ ਨੂੰ, ਹਰ ਇੱਕ ਨੂੰ ਸਭ ਤੋਂ ਵੱਧ ਐਕਸਪੋਜ਼ ਹੁੰਦੇ ਆ। ਸੋ ਸਾਡਾ ਪਰਿਵਾਰ ਹੈ, ਇੱਕ ਪਰਿਵਾਰ ਦੇ ਵਿੱਚ ਅਸੀਂ ਸਾਰਿਆਂ ਨੇ ਇਕੱਠੇ ਟੀਮ ਦੇ ਤੌਰ ਤੇ ਕੰਮ ਕਰਨਾ ਹੁੰਦਾ। ਤੋ ਮੇਰਾ ਸਭ ਤੋਂ ਵੱਡੀ ਜਿਹੜੀ ਪ੍ਰਾਇੋਰਟੀ ਇਹ ਹੋਏਗੀ ਕਿ ਮੇਰਾ ਸਭ ਤੋਂ ਥੱਲੇ ਦਾ ਮੁਲਾਜ਼ਮ ਹੈ ਜਿਹੜਾ ਉਹਦੀ ਜਿਹੜੀ ਆ ਉਹਦੀ ਲਾਈਫ ਚੰਗੀ ਹੋਵੇ, ਉਹਦੀ ਨੌਕਰੀ ਦੀ ਕੰਡੀਸ਼ਨਸ ਜਿਹੜੀਆਂ ਉਹ ਚੰਗੀਆਂ ਹੋਣ, ਉਹਨੂੰ ਕਿਸੇ ਕਿਸਮ ਦੀ ਨੌਕਰੀ ਕਰਦਿਆਂ ਹੋਇਆ ਮੁਸ਼ਕਲ ਨਾ ਆਵੇ। ਇਹ ਚੀਜ਼ਾਂ ਅਸੀਂ ਪ੍ਰਾਇੋਰਟੀ ਉੱਤੇ ਰੱਖਾਂਗੇ ਔਰ ਇਸ ਚੀਜ਼ ਨੂੰ ਪ੍ਰਾਇੋਰਟੀ ਉੱਤੇ ਮੈਂ ਆਪਣੇ ਅਫਸਰਾਂ ਨੂੰ ਵੀ ਕਿਹਾ ਕਿ ਸਭ ਤੋਂ ਪਹਿਲਾਂ ਆਪਣੇ ਜਿਹੜਾ ਸਟਾਫ ਮੈਂਬਰਸ ਨੇ ਉਹਨਾਂ ਦੀ ਜੈਨੂਨ ਗ੍ਰੀਵੈਂਸਸ ਜਿਹੜੀਆਂ ਨੇ ਉਹਨਾਂ ਨੂੰ ਇਮੀਡੀਏਟਲੀ ਰਿਜ਼ੋਲਵ ਕਰੋ। ਮੇਰੇ ਕੋਲ ਤਦ ਹੀ ਬੰਦਾ ਆਵੇਗਾ ਜਦੋਂ ਸਾਰਿਆਂ ਦੇ ਹੱਥ ਖੜੇ ਹੋਏ ਹੋਣਗੇ। ਸੋ ਜਦੋਂ ਸਭ ਚੀਜ਼ਾਂ ਥੱਲੇ ਸੋਲਵ ਹੋ ਸਕਦੀਆਂ ਤਾਂ ਸਾਨੂੰ ਕਰਨਾ ਚਾਹੀਦਾ, ਪੋਜ਼ਿਟਿਵਿਟੀ ਨਾਲ ਕੰਮ ਕਰਨਾ ਚਾਹੀਦਾ। ਕਰਪਸ਼ਨ ਕਿਸ ਤਰ੍ਹਾਂ ਖਤਮ ਹੋ ਸਕਦੀ ਕਾਰਪੋਰੇਸ਼ਨ ਦੇ ਵਿੱਚ ਸਰ? ਕਿਉਂਕਿ ਇੱਕ ਸਫਾਈ ਸੇਵਕ ਤੋਂ ਲੰਬਰਦਾਰ ਪੈਸੇ ਲੈਂਦਾ। ਇਹ ਮੈਂ ਪਿੱਛੇ ਖਬਰ ਪੂਰੀ ਪ੍ਰਮੁੱਖਤਾ ਨਾਲ ਦਿਖਾਈ ਸੀ ਲੁਧਿਆਣਾ ਲਾਈਵ ਤੇ, ਚੱਲੀ ਵੀ ਬਹੁਤ ਸੀ, ਦਬਾਅ ਵੀ ਬਹੁਤ ਆ ਗਿਆ ਸੀਗਾ ਸਰ ਖਬਰ ਰਿਮੂਵ ਕਰਾਉਣ ਦਾ, ਲੇਕਿਨ ਕੀਤੀ ਨਹੀਂ ਸੀਗੀ। ਲੇਕਿਨ ਉਹ ਸਫਾਈ ਸੇਵਕਾਂ ਨੇ ਬਿਆਨ ਦਿੱਤੇ ਸੀਗੇ ਸਾਨੂੰ, ਜਿਹੜੇ ਆਪ ਦਬੇ ਹੋਏ ਸੀਗੇ, 3-3 ਹਜ਼ਾਰ ਰੁਪਈਆ ਡਿਊਟੀ ਦੇ ਨਾਂ ਦਾ ਲਿੱਤਾ ਜਾਂਦਾ ਸੀ, ਹਾਜ਼ਰੀ ਉਹਨਾਂ ਕੋਲ ਭਰਾਈ ਜਾਂਦੀ ਸੀਗੀ, ਕਈਆਂ ਕੋਲ 10,000, ਕਈਆਂ ਕੋਲ 5,000। ਚਲੋ ਮੈਨੂੰ ਤੁਸੀਂ ਇਹ ਜਿਹੜੀ ਸ਼ਿਕਾਇਤ ਆ ਅਸੀਂ ਇਹਨੂੰ ਵੈਰੀਫਾਈ ਕਰਾ ਲੈਂਦੇ ਹਾਂ ਤੇ ਡੈਫੀਨੇਟਲੀ ਜੇ ਗਲਤ ਵਿੱਚ ਕਿਸੇ ਦੀ ਮਤਲਬ ਸ਼ਮੂਲੀਅਤ ਨਜ਼ਰ ਆਏਗੀ ਤਾਂ ਅਸੀਂ ਕਾਰਵਾਈ ਕਰਾਂਗੇ ਡੈਫੀਨੇਟਲੀ। ਬਹੁਤ ਬਹੁਤ ਸ਼ੁਕਰੀਆ। ਇਹ ਸਾਡਾ ਨਗਰ ਨਿਗਮ ਕਮਿਸ਼ਨਰ ਸਾਡੇ ਨਾਲ ਮੌਜੂਦ ਸੀ ਜਿਨ੍ਹਾਂ ਨੇ ਕਿਹਾ ਜੋ VSS ਦਾ ਇੱਕ ਸਿੱਖਿਆ ਮੰਡਲ ਜਿਹੜਾ ਇਹਨਾਂ ਨੂੰ ਮਿਲਿਆ ਸੀਗਾ ਤੇ ਉਹਨਾਂ ਨੇ ਜੋ ਸ਼ਿਕਾਇਤਾਂ ਜਿਹੜੀਆਂ ਦਿੱਤੀਆਂ ਸੀਗੀਆਂ ਤੇ ਉਹ ਸ਼ਿਕਾਇਤਾਂ ਦੇ ਨਿਪਟਾਰਾ ਕਰਨ ਵਾਸਤੇ ਇੱਥੇ ਬੈਠੇ ਨੇ ਕਿਹਾ ਕਿ ਇਨਸਾਫ ਜਿਹੜਾ ਜ਼ਰੂਰ ਦਿਵਾਇਆ ਜਾਏਗਾ। ਲੁਧਿਆਣਾ ਕੈਮਰਾਮੈਨ ਧਰਮੇ ਨਾਲ ਮੈਂ ਵਿਸ਼ਾਲ ਕਪੂਰ, ਲੁਧਿਆਣਾ ਲਾਈਵ।